ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਭਾਸ਼ਾ ਚੈਨਲ 'ਤੇ ਆਪ ਜੀ ਦਾ ਸਵਾਗਤ ਹੈ। ਅੱਜ ਅਸੀਂ ਆਰਟ ਇੰਟੀਗ੍ਰੇਟਿਡ ਬਾਰੇ ਪ੍ਰੋਜੈਕਟ ਬਾਰੇ ਗੱਲ ਕਰਾਂਗੇ, ਜੋ CBSE ਦੁਆਰਾ ਇੱਕ ਭਾਰਤ ਸ੍ਰੇਸ਼ਠ ਭਾਰਤ ਦੇ ਤਹਿਤ ਗਾਈਡਲਾਈਨ ਜਾਰੀ ਕੀਤੀ ਗਈ ਹੈ, ਜਿਸ ਵਿੱਚ ਅਸੀਂ ਸਿੱਕਿਮ ਨਾਲ ਸੰਬੰਧਿਤ ਜਾਣਕਾਰੀ 'ਤੇ ਪ੍ਰੋਜੈਕਟ ਬਣਾਉਣਾ ਹੈ। ਇਸ ਤੋਂ ਬਿਨਾਂ ਅਗਰ ਤੁਸੀਂ ਇਹ ਪ੍ਰੋਜੈਕਟ ਨਹੀਂ ਬਣਾਉਂਦੇ ਤਾਂ 10ਵੀਂ ਅਤੇ 12ਵੀਂ ਦੇ ਵਿਦਿਆਰਥੀ अपना एडमिट कार्ड डाउनलोड नहीं कर सकणगे। मतलब ये तुहाडे लई बहुत ही जरूरी है तो इसनूं जल्दी तो जल्दी बनाउण दे निर्देश दिते गए हैं। आओ हुण असीं अज इस बारे पढ़ते हैं। इस दे निर्देश हैं। आर्ट एकीकृत प्रोजैक्ट की शुरुआत CBSE द्वारा एक भारत श्रेष्ठ भारत योजना के तहत की गई है। पहली तो 12वीं जमात के सारे विद्यार्थियों लई ये लाजमी है। ਉਹ ਇਸ ਪ੍ਰੋਜੈਕਟ ਨੂੰ ਹਰ ਵਿਸ਼ੇ ਵਿੱਚ ਕੰਮ ਕਰਨ ਵਿੱਚ, ਇਸ ਦਾ ਵਿਸ਼ਾ ਹੈ ਸਿੱਕਿਮ ਅਤੇ ਇਸ ਦੀਆਂ ਵਿਸ਼ੇਸ਼ਤਾ। ਇਸ ਦਾ ਤੁਸੀਂ ਕੋਈ ਵੀ ਵਿਸ਼ਾ ਲੈ ਸਕਦੇ ਹੋ। ਅੱਗੇ ਨੋਟ, ਇਹ ਕਿਰਿਆ ਹਰ ਵਿਦਿਆਰਥੀ ਲਈ ਲਾਜ਼ਮੀ ਹੈ। ਇਸ ਦੀ ਅਣਹੋਂਦ ਵਿੱਚ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ ਦਾਖਲਾ ਕਾਰਡ ਡਾਊਨਲੋਡ ਨਹੀਂ ਕਰ ਸਕਣਗੇ। ਨਿਰਦੇਸ਼ ਦਿੱਤੇ ਗਏ ਹਨ। ਪ੍ਰੋਜੈਕਟ ਦੇ ਕੰਮ ਦੀ ਭਾਸ਼ਾ ਪੰਜਾਬੀ ਹੋਵੇਗੀ। ਵਾਕਾਂ ਦੀ ਸੰਰਚਨਾ ਕਰਦੇ ਸਮੇਂ ਵਿਸ਼ੇ ਅਤੇ ਕਿਰਿਆ ਦੇ ਤਾਲਮੇਲ ਨੂੰ ਧਿਆਨ ਰੱਖਿਆ ਜਾਵੇ, ਕਿਉਂਕਿ ਬੱਚੇ ਕਈ ਵਾਰ ਲਿਖਦੇ ਆ ਅਤੇ ਉਸ ਵਿੱਚ ਲਾਈਨ ਕੁਛ ਹੋਰ ਹੁੰਦੀ ਹੈ, ਉਹਦਾ ਮਤਲਬ ਕੁਛ ਹੋਰ ਹੁੰਦਾ ਹੈ। ਤਸਵੀਰਾਂ ਦੀ ਵਰਤੋਂ ਪ੍ਰੋਜੈਕਟ ਦੇ ਕੰਮ ਨੂੰ ਆਕਰਸ਼ਕ ਬਣਾਉਣ ਲਈ ਕੀਤੀ ਜਾ ਸਕਦੀ ਹੈ। ਜੇ ਤੁਹਾਨੂੰ ਤਸਵੀਰਾਂ ਮਿਲਦੀਆਂ ਤਾਂ ਤੁਸੀਂ ਉਸ ਨੂੰ ਪ੍ਰੋਜੈਕਟ ਦੇ ਵਿੱਚ ਤੁਸੀਂ ਉਹਨਾਂ ਨੂੰ ਲਾ ਸਕਦੇ ਹੋ। ਜੇਕਰ ਨਹੀਂ ਮਿਲਦੀਆਂ ਤਾਂ ਤੁਸੀਂ ਡਰਾਇੰਗ ਵੀ ਉਸ ਦੀ ਬਣਾ ਸਕਦੇ ਹੋ। ਇੰਟਰਨੈਟ 'ਤੇ ਉਪਲਬਧ ਸਮੱਗਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਜ਼ਾ, ਵਿਆਕਰਣ ਆਦਿ ਨੁਕਸਾਂ ਤੋਂ ਮੁਕਤ ਹੋਣੀ ਚਾਹੀਦੀ ਹੈ। ਸਜ਼ਾ ਭਾਵ ਜੋ ਤੁਸੀਂ ਡਰਾਇੰਗ ਕਰੋਗੇ ਤਾਂ ਉਸ ਦੇ ਵਿੱਚ ਅਗਰ ਤੁਸੀਂ ਲਿਖਦੇ ਹੋ ਤਾਂ ਉਸ ਦੇ ਵਿੱਚ ਕੋਈ ਨੁਕਸ ਨਹੀਂ ਹੋਣਾ ਚਾਹੀਦਾ, ਜਾਂ ਉਸ ਨੂੰ ਸਾਫ਼ ਸੁਥਰੀ ਬਣਾਈ ਹੋਣੀ ਚਾਹੀਦੀ ਹੈ। ਪ੍ਰੋਜੈਕਟ ਦੇ ਕਿਸ ਤਰ੍ਹਾਂ ਬਣਾਉਣਾ ਹੈ, ਉਸ ਦਾ ਰੂਪ ਪਹਿਲਾਂ ਤੁਸੀਂ ਲਿਖਣਾ ਹੈ। ਪਹਿਲੇ ਪੰਨਾ ਤੁਹਾਡਾ ਕਵਰ ਪੇਜ ਹੋਣਾ ਚਾਹੀਦਾ। ਦੂਜੇ 'ਤੇ ਵਿਦਿਆਰਥੀ ਵੇਰਵਾ, ਡਿਟੇਲ ਆਫ ਸਟੂਡੈਂਟਸ, ਤਾਂ ਪਹਿਲੇ ਤਾਂ ਵਿਦਿਆਰਥੀ ਨੇ ਆਪਣੇ ਬਾਰੇ ਵੇਰਵਾ ਦਿੱਤਾ ਹੋਵੇ। ਫਿਰ ਤੀਜਾ ਹੈ ਵਿਸ਼ਾ ਇੰਡੈਕਸ ਕਿ ਤੁਸੀਂ ਉਸ ਵਿੱਚ ਕੀ ਲੈ ਰਹੇ ਹੋ, ਕਿਹੜੇ ਵਿਸ਼ੇ ਲੈ ਰਹੇ ਹੋ। ਮੁੱਖ ਵਿਸ਼ਾ, ਫਿਰ ਤੁਸੀਂ ਉਸ ਦਾ ਟਾਈਟਲ ਲਿਖਣਾ ਹੈ ਅਤੇ ਫਿਰ ਤੁਸੀਂ ਵਿਸ਼ਾ ਲਿਖਣਾ ਸ਼ੁਰੂ ਕਰਨਾ ਹੈ। ਉਸ ਦੀ ਹੈਡਿੰਗ ਦੇਣੀ ਹੈ, ਉਸ ਦੀ ਹੈਡਿੰਗ ਕੀ ਹੈ ਅਤੇ ਸਬ ਹੈਡਿੰਗ ਕੀ ਹੈ। ਸਿੱਕਿਮ ਇੱਕ ਝਲਕ, ਸਿੱਕਿਮ ਦੀ ਝਲਕ ਦੇਖਦੇ ਹਾਂ ਅਸੀਂ। ਸਿੱਕਿਮ ਭਾਰਤ ਦਾ 22ਵਾਂ ਰਾਜ ਹੈ। ਘੱਟ ਆਬਾਦੀ ਦੇ ਪੱਖੋਂ ਇਹ ਦੂਜੇ ਨੰਬਰ 'ਤੇ ਆਉਂਦਾ ਹੈ। ਇਸ ਦੀ ਜਿਹੜੀ ਰਾਜਧਾਨੀ ਹੈ ਉਹ ਹੈ ਗੰਗਟੋਕ। ਇਸ ਦਾ ਜੋ ਸਭ ਤੋਂ ਵੱਡਾ ਸ਼ਹਿਰ ਹੈ ਉਹ ਵੀ ਗੰਗਟੋਕ ਹੈ, ਜੋ ਇਸ ਦੀ ਰਾਜਧਾਨੀ ਹੈ। ਇਸ ਦੀ ਆਬਾਦੀ 6,10,577 ਹੈ। ਖੇਤਰਫਲ ਇਸ ਦਾ 7,096 ਕਿਲੋਮੀਟਰ ਹੈ। ਅੱਗੇ ਇਸ ਦੇ 4 ਜ਼ਿਲ੍ਹੇ ਹਨ। ਇਸ ਦੀਆਂ ਜਿਹੜੀਆਂ ਸਰਕਾਰੀ ਭਾਸ਼ਾਵਾਂ ਹਨ, ਅੰਗਰੇਜ਼ੀ, ਭੂਟੀਆ, ਗੁਰੂ, ਲੇਪਚਾ, ਲਿੰਬੂ, ਮਗਰ, ਮੁਖੀ, ਨੇਪਾਲ ਭਾਸ਼ਾ, ਰਾਈ, ਸ਼ੇਰਪਾ ਅਤੇ ਤਮਾ। ਇਸ ਦੇ ਜਿਹੜੇ ਰਾਜਪਾਲ ਹਨ ਉਹ ਹਨ ਗੰਗਾ ਪ੍ਰਸਾਦ ਅਤੇ ਮੁੱਖ ਮੰਤਰੀ ਹਨ ਪ੍ਰੇਮ ਸਿੰਘ ਤਮੰਗ। ਅਤੇ ਰਾਜ ਦੇ ਜਿਹੜੇ ਚਿੰਨ੍ਹ ਹਨ ਉਹ ਹਨ, ਰਾਜ ਪਸ਼ੂ ਹੈ ਇਸ ਦਾ ਰੈੱਡ ਪਾਂਡਾ, ਲਾਲ ਪਾਂਡਾ। ਰਾਜ ਪੰਛੀ ਹੈ ਬਲੱਡ ਮੂਕਾ, ਬਲੱਡ ਫੀਸੈਂਟ। ਅਤੇ ਜਿਹੜਾ ਇਸ ਦਾ ਰਾਜ ਦਰਖਤ ਹੈ ਉਹ ਹੈ ਰੋਹੋਡੋਡਰਨ ਨਿਵੇਮ। ਇਸ ਬਾਰੇ ਤੁਸੀਂ ਜਾਣਕਾਰੀ ਲਿਖਣੀ ਹੈ। ਹੁਣ ਅਸੀਂ ਸਿੱਕਿਮ ਬਾਰੇ ਜਾਣਕਾਰੀ ਲੈਂਦੇ ਹਾਂ। ਇਹ ਜਾਣਕਾਰੀ ਹੈ, ਇਸ ਦੇ ਵਿੱਚੋਂ ਤੁਸੀਂ ਇੱਕ ਟੌਪਿਕ ਚੁਣ ਸਕਦੇ ਹੋ ਅਤੇ ਉਸ 'ਤੇ ਆਪਣਾ ਪ੍ਰੋਜੈਕਟ ਬਣਾ ਸਕਦੇ ਹੋ। ਆਓ ਅਸੀਂ ਸਿੱਕਿਮ ਬਾਰੇ ਪੜ੍ਹਦੇ ਹਾਂ। ਸਿੱਕਿਮ ਇੱਕ ਪਹਾੜੀ ਰਾਜ ਹੈ ਜੋ ਭਾਰਤ ਦੇ ਉੱਤਰ ਪੂਰਬੀ ਹਿੱਸੇ ਵਿੱਚ ਸਥਿਤ ਹੈ। ਅੰਗੂਠੇ ਦੇ ਆਕਾਰ ਦਾ ਇਹ ਰਾਜ ਪੱਛਮ ਵਿੱਚ ਨੇਪਾਲ, ਉੱਤਰ ਅਤੇ ਪੂਰਬ ਵਿੱਚ ਚੀਨੀ, ਤਿੱਬਤ ਖੁਦਮੁਖਤਿਆਰੀ ਖੇਤਰ ਅਤੇ ਦੱਖਣ ਪੂਰਬ ਵਿੱਚ ਭੂਟਾਨ ਨਾਲ ਮਿਲਦਾ ਹੈ। ਭਾਰਤ ਦਾ ਪੱਛਮੀ ਬੰਗਾਲ ਰਾਜ ਇਸ ਦੇ ਦੱਖਣ ਵੱਲ ਹੈ। ਹਿੰਦੂ ਧਰਮ ਅਤੇ ਵਜਰਯਾਨ ਬੁੱਧ ਧਰਮ ਸਿੱਕਿਮ ਦੇ ਪ੍ਰਮੁੱਖ ਧਰਮ ਹਨ। ਗੰਗਟੋਕ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਸਿੱਕਿਮ ਭੂਗੋਲਿਕ ਤੌਰ 'ਤੇ ਵਿਭਿੰਨ ਹੈ। ਕੰਚਨਜੰਗਾ, ਜੋ ਕਿ ਵਿਸ਼ਵ ਦੀ ਤੀਜੀ ਸਭ ਤੋਂ ਉੱਚੀ ਚੋਟੀ ਹੈ, ਸਿੱਕਿਮ ਦੇ ਉੱਤਰੀ ਪੱਛਮੀ ਹਿੱਸੇ ਵਿੱਚ ਨੇਪਾਲ ਦੀ ਸਰਹੱਦ 'ਤੇ ਹੈ ਅਤੇ ਇਹ ਪਹਾੜੀ ਚੋਟੀ ਚਾਕੋ ਖੇਤਰ ਦੇ ਕਈ ਹਿੱਸਿਆਂ ਤੋਂ ਆਸਾਨੀ ਨਾਲ ਵੇਖੀ ਜਾ ਸਕਦੀ ਹੈ। ਸਵੱਛਤਾ, ਕੁਦਰਤੀ ਸੁੰਦਰਤਾ ਅਤੇ ਰਾਜਨੀਤਿਕ ਸਥਿਰਤਾ ਵਰਗੀਆਂ ਵਿਸ਼ੇਸ਼ਤਾਵਾਂ ਕਾਰਨ ਸਿੱਕਿਮ ਭਾਰਤ ਵਿੱਚ ਸੈਰ ਸਪਾਟਾ ਦਾ ਇੱਕ ਵੱਡਾ ਕੇਂਦਰ ਹੈ। ਭੂਗੋਲਿਕ ਜਾਣਕਾਰੀ, ਕੰਚਨਜੰਗਾ ਇੱਥੋਂ ਦੀ ਸਭ ਤੋਂ ਉੱਚੀ ਚੋਟੀ ਹੈ। ਰਾਜ ਦੀ ਬਹੁਤੀ ਖੇਤੀਬਾੜੀ ਲਈ ਢੁਕਵਾਂ ਨਹੀਂ ਹੈ।
ਇਸ ਦੇ ਬਾਵਜੂਦ ਕੁਝ ਢਲਾਣਾਂ ਨੂੰ ਖੇਤਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਪਹਾੜੀ ਤਰੀਕਿਆਂ ਨਾਲ ਕਾਸ਼ਤ ਕੀਤੀ ਗਈ। ਬਰਫ਼ ਦੀਆਂ ਕਈ ਧਾਰਾਵਾਂ ਦੀ ਮੌਜੂਦਗੀ ਦੇ ਕਾਰਨ ਸਿੱਕਿਮ ਦੇ ਦੱਖਣ ਅਤੇ ਪੱਛਮ ਵਿੱਚ ਦਰਿਆਵਾਂ ਦੀਆਂ ਵਾਦੀਆਂ ਦਾ ਨਿਰਮਾਣ ਹੋ ਗਿਆ। ਇਹ ਲਕੀਰਾਂ ਇਕੱਠੇ ਤਿਸਤਾ ਅਤੇ ਰੰਗ ਬਣਾਉਂਦੀਆਂ ਹਨ। ਤਿਸਤਾ ਨੂੰ ਸਿੱਕਿਮ ਦੀ ਜੀਵਨ ਰੇਖਾ ਵੀ ਕਿਹਾ ਜਾਂਦਾ ਹੈ ਅਤੇ ਸਿੱਕਿਮ ਦੇ ਉੱਤਰ ਤੋਂ ਦੱਖਣ ਵੱਲ ਵਗਦਾ ਹੈ। ਸਿੱਕਿਮ ਉੱਥੋਂ ਦੀ ਇੱਕ ਨਦੀ ਹੈ। ਰਾਜ ਦਾ 1/3 ਹਿੱਸਾ ਸੰਘਣੇ ਜੰਗਲਾਂ ਨਾਲ ਘਿਰਿਆ ਹੋਇਆ ਹੈ। ਪਹਾੜੀ ਸ਼੍ਰੇਣੀਆਂ ਨੇ ਸਿੱਕਿਮ ਨੂੰ ਉੱਤਰੀ, ਪੂਰਬੀ ਅਤੇ ਪੱਛਮੀ ਦਿਸ਼ਾਵਾਂ ਵਿੱਚ ਬਣਾ ਦਿੱਤਾ ਹੈ। ਇਹ ਅੱਧੇ ਚੰਦ ਵਿੱਚ ਘਿਰਿਆ ਹੋਇਆ ਹੈ। ਰਾਜ ਦੇ ਆਬਾਦੀ ਵਾਲੇ ਖੇਤਰ ਜ਼ਿਆਦਾਤਰ ਰਾਜ ਦੇ ਦੱਖਣੀ ਹਿੱਸੇ ਵਿੱਚ ਹਿਮਾਲਿਆ ਦੇ ਹੇਠਲੇ ਉਚਾਈ ਰੇਂਜ ਵਿੱਚ ਸਥਿਤ ਹਨ। ਰਾਜ ਵਿੱਚ 28 ਪਹਾੜੀ ਚੋਟੀਆਂ, 21 ਹਿਮਾਨੀ, 227 ਝੀਲਾਂ ਅਤੇ 5 ਗਰਮ ਪਾਣੀ ਦੇ ਝਰਨੇ ਹਨ। ਹੁਣ ਅਸੀਂ ਦੇਖਦੇ ਹਾਂ ਗਰਮ ਪਾਣੀ ਦੇ ਝਰਨੇ, ਉਹਨਾਂ ਦਾ ਕੀ ਫਾਇਦਾ ਹੈ। ਸਿੱਕਿਮ ਵਿੱਚ ਬਹੁਤ ਸਾਰੇ ਗਰਮ ਪਾਣੀ ਦੇ ਝਰਨੇ ਹਨ ਜੋ ਉਹਨਾਂ ਦੇ ਇਲਾਜ ਸੰਬੰਧੀ ਸੁਭਾਵਨਾ ਲਈ ਪ੍ਰਸਿੱਧ ਹਨ। ਸਭ ਤੋਂ ਮਹੱਤਵਪੂਰਨ ਗਰਮ ਝਰਨੇ ਫੁਰਾਚਾ, ਜੁਮਥਾਂਗ, ਬੋਰਾਂਗ, ਰੇਲਾਂਗ, ਤਾਰਾਮਚੂ ਅਤੇ ਯੂਮੀ ਸਮਦੋਂਗ ਹਨ। ਇਹਨਾਂ ਸਾਰੇ ਚਸ਼ਮਿਆਂ, ਇਹਨਾਂ ਨੂੰ ਚਸ਼ਮੇ ਵੀ ਕਿਹਾ ਜਾਂਦਾ ਤੇ ਝਰਨਿਆਂ ਵਿੱਚ ਗੰਧਕ ਦੀ ਵੱਡੀ ਮਾਤਰਾ ਪਾਈ ਜਾ ਸਕਦੀ ਹੈ ਅਤੇ ਇਹ ਨਦੀ ਦੇ ਕੰਢੇ 'ਤੇ ਸਥਿਤ ਹਨ। ਇਹਨਾਂ ਗਰਮ ਝਰਨਿਆਂ ਦਾ ਤਾਪਮਾਨ 50 ਡਿਗਰੀ ਸੈਲਸੀਅਸ ਹੁੰਦਾ ਹੈ। ਹੁਣ ਉਸ ਦੀ ਖੇਤੀਬਾੜੀ ਬਾਰੇ ਪੜ੍ਹਦੇ ਹਾਂ। ਖੇਤੀਬਾੜੀ ਲਈ ਇਹ ਢੁਕਵਾਂ ਨਹੀਂ ਹੈ। ਸਿੱਕਿਮ ਖੇਤੀਬਾੜੀ ਲਈ ਢੁਕਵਾਂ ਨਹੀਂ। ਇਸ ਦੇ ਬਾਵਜੂਦ ਕੁਝ ਢਲਾਣਾਂ ਨੂੰ ਖੇਤਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਪਹਾੜੀ ਤਰੀਕਿਆਂ ਨਾਲ ਕਾਸ਼ਤ ਕੀਤੀ ਗਈ। ਰਵਾਇਤੀ ਖੇਤੀ ਇੱਥੇ ਛੱਤਿਆਂ ਨਾਲ ਖੇਤਾਂ ਵਿੱਚ ਕੀਤੀ ਜਾਂਦੀ ਹੈ। ਇੱਥੋਂ ਦੇ ਕਿਸਾਨ ਇਲਾਇਚੀ, ਅਦਰਕ, ਸੰਤਰੇ, ਸੇਬ, ਚਾਹ ਅਤੇ ਮੂੰਗਫਲੀ ਆਦਿ ਦੀ ਕਾਸ਼ਤ ਕਰਦੇ ਹਨ। ਸਿੱਕਿਮ ਵਿੱਚ ਸਾਰੇ ਭਾਰਤ ਵਿੱਚ ਇਲਾਇਚੀ ਦਾ ਸਭ ਤੋਂ ਵੱਧ ਝਾੜ ਹੁੰਦਾ ਹੈ। ਪਹਾੜੀ ਹੋਣ ਦੇ ਬਾਵਜੂਦ ਇਸ ਦੀਆਂ ਬਹੁਤ ਸਾਰੀਆਂ ਉਦਯੋਗਿਕ ਇਕਾਈਆਂ ਹਨ। ਹੁਣ ਆਬਾਦੀ, ਇੱਥੋਂ ਦੀ ਜਨਸੰਖਿਆ। ਆਬਾਦੀ ਦੇ ਲਿਹਾਜ਼ ਨਾਲ ਸਿੱਕਿਮ ਇੱਕ ਛੋਟਾ ਜਿਹਾ ਸੂਬਾ ਹੈ ਜਿਸ ਦੀ ਕੁੱਲ ਆਬਾਦੀ 6 ਲੱਖ ਤੋਂ ਵੱਧ ਨਹੀਂ ਹੈ। ਇਸ ਵਿੱਚੋਂ 50% ਪੁਰਸ਼ ਅਤੇ 50% ਔਰਤਾਂ ਹਨ। ਲੇਪਚਾ ਇਸ ਜਗ੍ਹਾ ਦਾ ਜੱਦੀ ਸੀ। ਸਿੱਕਿਮ ਵਿੱਚ ਜ਼ਿਆਦਾਤਰ ਸਨਅਤਕਾਰ ਲੈਪਚਸ ਪੈਦਾ ਹੋਏ ਹਨ। ਭੂਟੀਆ ਉਹ ਤਿੱਬਤ ਦੇ ਖਾਮ ਜ਼ਿਲ੍ਹੇ ਤੋਂ ਆਏ ਸਨ ਅਤੇ ਸਿੱਕਿਮ ਵਿੱਚ ਦੂਜਾ ਸਭ ਤੋਂ ਵੱਡਾ ਨਸਲੀ ਸਮੂਹ ਹਨ। ਤੀਸਰਾ ਸਮੂਹ ਇੱਥੇ ਨੇਪਾਲੀਆਂ ਦਾ ਹੈ। ਤੀਜਾ ਨਸਲੀ ਸਮੂਹ ਨੇਪਾਲ ਤੋਂ ਆਇਆ ਜੋ ਕਿ ਸਿੱਕਿਮ ਵਿੱਚ ਆਬਾਦੀ ਦਾ ਇੱਕ ਵੱਡਾ ਹਿੱਸਾ ਮੰਨਿਆ ਜਾਂਦਾ ਹੈ। ਤਿੱਬਤੀ ਲੋਕਾਂ ਦੇ ਕੁਝ ਪਰਿਵਾਰ ਰਾਜ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਮਿਲਦੇ ਹਨ। ਇਸ ਤੋਂ ਇਲਾਵਾ ਬੰਗਾਲੀ, ਮਾਰਵਾੜੀ ਅਤੇ ਬਿਹਾਰੀ ਜਾਤੀ ਦੇ ਹੋਰ ਵਸਨੀਕ ਹਨ ਜੋ ਹੋਰ ਆਸੇ-ਪਾਸੇ ਸਟੇਟਾਂ ਵਿੱਚ ਉੱਥੇ ਜਾ ਕੇ ਵਸ ਗਏ ਹਨ। ਬੁੱਧ ਅਤੇ ਹਿੰਦੂ ਧਰਮ ਵਿੱਚ ਰਾਜ ਦੇ 2 ਪ੍ਰਮੁੱਖ ਧਰਮ ਹਨ। ਸ਼ੁਰੂ ਵਿੱਚ ਲੋਕ ਲਿਪਚਾ ਮੂਲ ਦੇ ਸਨ ਪਰ ਬਸਤੀਵਾਦੀ ਬ੍ਰਿਟਿਸ਼ ਦੇ ਆਉਣ ਤੋਂ ਬਾਅਦ ਕੁਝ ਲੋਕਾਂ ਨੇ ਈਸਾਈ ਧਰਮ ਬਦਲ ਲਿਆ। ਇਸ ਲਈ ਸਿੱਕਿਮ ਵਿੱਚ ਈਸਾਈਆਂ ਦਾ ਇੱਕ ਛੋਟਾ ਜਿਹਾ ਭਾਈਚਾਰਾ ਵੀ ਦਿਖਾਈ ਦਿੰਦਾ ਹੈ। ਸਿੱਕਿਮ ਵਿੱਚ ਘੱਟ ਗਿਣਤੀ ਵਿੱਚ ਮੁਸਲਮਾਨ ਵੀ ਹਨ ਪਰ ਸਭ ਤੋਂ ਖੂਬਸੂਰਤ ਗੱਲ ਇਹ ਹੈ ਕਿ ਇੱਥੇ ਸਭ ਮਿਲ ਜੁਲ ਕੇ ਰਹਿੰਦੇ ਹਨ। ਜਾਤ-ਪਾਤ ਦਾ ਕੋਈ ਵਿਤਕਰਾ ਨਹੀਂ ਹੁੰਦਾ। ਹੁਣ ਅੱਗੇ ਦੇਖਦੇ ਹਾਂ ਸਿੱਕਿਮ ਦੇ ਸਮਾਜ ਅਤੇ ਸੱਭਿਆਚਾਰ ਬਾਰੇ, ਉੱਥੋਂ ਦੇ ਤਿਉਹਾਰਾਂ ਬਾਰੇ। ਸਿੱਕਿਮ ਦੀ ਇੱਕ ਅਮੀਰ ਸੱਭਿਆਚਾਰਕ ਵਿਰਾਸਤ ਹੈ ਜੋ ਕਿ ਹਿੰਦੂ ਧਰਮ ਅਤੇ ਬੁੱਧ ਧਰਮ ਦੀ ਸਾਂਝੀ ਪਰੰਪਰਾ ਨੂੰ ਲੈਪਚਸ ਨਾਲ ਪੂਰੀ ਤਰ੍ਹਾਂ ਮਿਲਾਉਣ ਕਾਰਨ ਹੈ। ਕਿਉਂਕਿ ਸਿੱਕਿਮ ਬੁੱਧ ਧਰਮ ਦੀ ਪਾਲਣਾ ਕਰਦਾ ਹੈ, ਉਹਨਾਂ ਦੇ ਤਿਉਹਾਰ ਸਧਾਰਨ ਘੱਟ ਪੈਕ ਵਿੱਚ ਫਿਰ ਵੀ ਰੰਗੀਨ ਹੁੰਦੇ ਹਨ। ਬੁੱਧ ਦੇ ਤਿਉਹਾਰ ਜਿਵੇਂ ਕਿ ਡਰੁਕ ਪਰੇਸੀ, ਪੰਗਲੂਆ ਸੋਲ, ਸਾਗਾ ਦਾਵਾ, ਲੈਸੋਂਗ ਅਤੇ ਡੋਸੈਨ ਜ਼ਿਆਦਾਤਰ ਸਥਾਨਾਂ 'ਤੇ ਵਿਆਪਕ ਤੌਰ 'ਤੇ ਮਨਾਏ ਜਾਂਦੇ ਹਨ। ਸਿੱਕਿਮ ਦੇ ਨਾਗਰਿਕ ਦੀਵਾਲੀ ਅਤੇ ਦੁਸਹਿਰੇ ਵਰਗੇ ਭਾਰਤ ਦੇ ਸਾਰੇ ਪ੍ਰਮੁੱਖ ਹਿੰਦੂ ਤਿਉਹਾਰ ਮਨਾਉਂਦੇ ਹਨ। ਲੋਸਾਰ ਤਿੱਬਤੀ ਨਵੇਂ ਸਾਲ ਲੋਸਾਰ ਦੇ ਦੌਰਾਨ ਜੋ ਦਸੰਬਰ ਦੇ ਅੱਧ ਵਿੱਚ ਆਉਂਦਾ ਹੈ, ਇਹ ਉੱਥੋਂ ਦਾ ਇੱਕ ਤਿਉਹਾਰ ਹੈ। ਇਸ ਦਿਨ ਜ਼ਿਆਦਾਤਰ ਸਰਕਾਰੀ ਦਫ਼ਤਰ ਅਤੇ ਸੈਲਾਨੀ ਕੇਂਦਰ 1 ਹਫ਼ਤੇ ਲਈ ਬੰਦ ਰਹਿੰਦੇ ਹਨ। ਗੈਰ ਮੌਸਮੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਹਾਲ ਹੀ ਵਿੱਚ ਵੱਡਾ ਦਿਨ, ਇਹ ਬਹੁਤ ਵੱਡਾ ਦਿਨ ਹੁੰਦਾ ਹੈ, ਵੱਡਾ ਦਿਨ ਗੰਗਟੋਕ ਵਿੱਚ ਪ੍ਰਸਾਰਿਤ ਕੀਤਾ ਜਾਂਦਾ ਹੈ। ਹਿਮਾਲਿਆ ਤੋਂ ਮਸ਼ਹੂਰ ਬਾਜਰੇ ਦੀ ਬੀਅਰ ਪੀਣਾ ਖਾਸ ਤਿਉਹਾਰਾਂ ਅਤੇ ਵਿਆਹਾਂ ਵਰਗੇ ਤਿਉਹਾਰਾਂ ਲਈ ਜਸ਼ਨ ਨੂੰ ਦਰਸਾਉਂਦਾ ਹੈ। ਦੋਸਤ ਅਤੇ ਨਾਚ ਅਜਿਹੇ ਸਮਾਰੋਹ ਦੌਰਾਨ ਆਮ ਹਨ। ਮੱਠ ਦੇ ਵਿਹੜੇ ਵਿੱਚ ਲਾਮਾ ਦੁਆਰਾ ਸਿੱਕਿਮ ਦਾ ਮਾਸਕ ਡਾਂਸ ਉੱਤਰ ਪੂਰਬੀ ਭਾਰਤ ਵਿੱਚ ਸਭ ਤੋਂ ਰੰਗੀਨ ਨਾਚਾਂ ਵਿੱਚੋਂ ਇੱਕ ਹੈ ਜੋ ਸਥਾਨ ਦੇ ਸੱਭਿਆਚਾਰ ਦੇ ਅਸਲ ਸੰਖੇਪ ਨੂੰ ਦਰਸਾਉਂਦਾ ਹੈ। ਅੱਗੇ ਉਸਦੇ ਸਿੱਕਿਮ ਦੇ ਵਿੱਚ ਖਾਣ ਪਾਣ ਬਾਰੇ ਅਸੀਂ ਪੜ੍ਹਦੇ ਹਾਂ। ਸਿੱਕਿਮ ਪਕਵਾਨ ਉੱਤਰ ਪੂਰਬ
ਭਾਰਤ ਵਿੱਚ ਸਥਿਤ ਸਿੱਕਿਮ ਰਾਜ ਦਾ ਰਸੋਈ ਪਦਾਰਥ ਹੈ। ਚਾਵਲ ਇੱਕ ਪ੍ਰਮੁੱਖ ਭੋਜਨ ਹੁੰਦਾ ਹੈ ਅਤੇ ਖਾਣੇ ਦਾ ਭੋਜਨ ਰਵਾਇਤੀ ਤੌਰ 'ਤੇ ਭੋਜਨ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਨੇਪਾਲੀ ਪਕਵਾਨ ਪ੍ਰਸਿੱਧ ਹੈ ਕਿਉਂਕਿ ਸਿੱਕਿਮ ਭਾਰਤ ਦਾ ਇਕਲੌਤਾ ਅਜਿਹਾ ਰਾਜ ਹੈ ਜਿੱਥੇ ਨਸਲੀ ਨੇਪਾਲੀਆਂ ਦੀ ਬਹੁਗਿਣਤੀ ਹੈ। ਸਿੱਕਿਮ ਦੇ ਬਹੁਤ ਸਾਰੇ ਰੈਸਟੋਰੈਂਟ ਕਈ ਤਰ੍ਹਾਂ ਦੇ ਨੇਪਾਲੀ ਪਕਵਾਨਾਂ ਦੀ ਸੇਵਾ ਕਰਦੇ ਹਨ, ਜਿਵੇਂ ਕਿ ਨੇਵਾ ਅਤੇ ਥਕਾਲੀ ਪਕਵਾਨ। ਇਹ ਨੇਵਾ ਅਤੇ ਥਕਾਲੀ ਪਕਵਾਨ ਨੇਪਾਲੀ ਪਕਵਾਨਾਂ ਦੇ ਨਾਮ ਹਨ। ਤਿੱਬਤੀ ਪਕਵਾਨ ਸਿੱਕਿਮ ਪਕਵਾਨਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਨੂਡਲ ਆਧਾਰਿਤ ਪਕਵਾਨ ਜਿਵੇਂ ਥੁਕਪਾ, ਚੌਮੀਨ, ਥੌਨਟੁਕ, ਫਕਤੂ, ਗਯੂਥੁਕ ਅਤੇ ਵੋਨਾਸੇਰਵਸ ਆਮ ਹੈ। ਭਾਫ਼ ਨਾਲ ਭਰੇ ਭਾਂਡੇ ਅਤੇ ਮੱਝਾਂ ਦਾ ਮੀਟ ਸੂਪ ਦੇ ਨਾਲ ਦਿੱਤਾ ਜਾਂਦਾ ਹੈ। ਮੱਝ ਜਾਂ ਸੂਰ ਦਾ ਮਾਸ ਇੱਕ ਪ੍ਰਸਿੱਧ ਛੋਟਾ ਖੁਰਾਕ ਹੈ। ਮੱਝ ਅਤੇ ਸੂਰ ਆਦਿ ਦਾ ਮਾਸ ਪਹਾੜੀ ਲੋਕਾਂ ਦੀ ਖੁਰਾਕ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ। ਰਾਜ ਵਿੱਚ ਸ਼ਰਾਬ ਦੇ ਘੱਟ ਸਟੇਟ ਐਕਸਾਈਜ਼ ਡਿਊਟੀ ਲੱਗਣ ਕਾਰਨ ਬੀਅਰ, ਵਿਸਕੀ, ਰਮ ਅਤੇ ਬਰਾਂਡੀ ਆਦਿ ਦਾ ਸੇਵਨ ਹੁੰਦਾ ਰਹਿੰਦਾ ਹੈ, ਕਿਉਂਕਿ ਉੱਥੇ ਇਹ ਸਭ ਚੀਜ਼ਾਂ ਮਹਿੰਗੀਆਂ ਨਹੀਂ ਹਨ, ਇਹਨਾਂ 'ਤੇ ਜ਼ਿਆਦਾ ਟੈਕਸ ਨਹੀਂ ਲੱਗਦਾ ਹੈ। ਸਿੱਕਿਮ ਦੀ ਭਾਸ਼ਾ ਬਾਰੇ, ਹੁਣ ਅਸੀਂ ਸਿੱਕਿਮ ਦੀ ਭਾਸ਼ਾ ਬਾਰੇ ਪੜ੍ਹਦੇ ਹਾਂ। ਅਜੋਕੇ ਸਿੱਕਿਮ ਦੇ ਜਨਸੰਖਿਆ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਵਸਨੀਕ ਇੱਕ ਦੂਜੇ ਨਾਲ ਸੰਚਾਰ ਕਰਨ ਲਈ ਕੁੱਲ 6 ਭਾਸ਼ਾਵਾਂ ਦੀ ਵਰਤੋਂ ਕਰਦੇ ਹਨ। ਨੇਪਾਲੀ ਰਾਜਾਂ ਦਾ ਭਾਸ਼ਾਈ ਭਾਸ਼ਾ ਹੈ ਕਿਉਂਕਿ ਨੇਪਾਲੀ ਆਬਾਦੀ ਦਾ ਬਹੁਤ ਵੱਡਾ ਹਿੱਸਾ ਹਨ। ਹਾਲਾਂਕਿ ਇਹ ਭਾਸ਼ਾ ਹਿੰਦ ਆਰੀਅਨ ਪਰਿਵਾਰ ਨਾਲ ਸੰਬੰਧਿਤ ਹੈ। ਅਗਲੀ ਵਿਆਪਕ ਬੋਲੀ ਜਾਣ ਵਾਲੀ ਭਾਸ਼ਾ ਭੂਟੀਆ ਹੈ, ਜਿਸ ਦਾ ਭਾਸ਼ਾਵਾਂ ਦੇ ਤਿੱਬਤੋ ਬਰਮਨ ਪਰਿਵਾਰ ਨਾਲ ਗੂੜ੍ਹਾ ਸੰਬੰਧ ਹੈ। ਦੂਸਰੀਆਂ ਭਾਸ਼ਾਵਾਂ ਵਿੱਚੋਂ ਇੱਕੋ ਪਰਿਵਾਰ ਦੇ ਚਕਾਰੇ ਅਤੇ ਲੋਕ ਲੇਪਚਾ ਸ਼ਹਿਰ ਵਿੱਚ ਵਿਆਪਕ ਤੌਰ 'ਤੇ ਪ੍ਰਸਿੱਧ ਹਨ। ਦੂਸਰੀਆਂ ਭਾਸ਼ਾਵਾਂ ਇੱਕੋ ਪਰਿਵਾਰ ਦੀਆਂ ਹਨ ਅਤੇ ਲੇਪਚਾ, ਸ਼ੇਰਪਾ ਅਤੇ ਲਿੰਬੂ ਲੋਕਾਂ ਦੀਆਂ ਵਿਆਪਕ ਤੌਰ 'ਤੇ ਪ੍ਰਸਿੱਧ ਹਨ। ਇਹ ਸਾਰੀਆਂ ਭਾਸ਼ਾਵਾਂ ਵੱਖ-ਵੱਖ ਸਕੂਲਾਂ ਵਿੱਚ ਪੜ੍ਹਾਈਆਂ ਜਾਂਦੀਆਂ ਹਨ ਅਤੇ ਰਾਜ ਦੀ ਸਰਕਾਰੀ ਭਾਸ਼ਾ ਵਜੋਂ ਘੋਸ਼ਿਤ ਕੀਤੀਆਂ ਜਾਂਦੀਆਂ ਹਨ। ਸਿੱਕਿਮ ਦੀ ਪੋਸ਼ਾਕ, ਸਿੱਕਿਮ ਦੀ ਸੰਸਕ੍ਰਿਤੀ ਹਿੰਦੀ ਸਿੱਕਿਮ ਦੇ ਲੇਪਚਾ, ਭੂਟੀਆ ਅਤੇ ਨੇਪਾਲ ਦੇ 3 ਭਾਈਚਾਰਿਆਂ ਵਿੱਚ ਵੱਖੋ ਵੱਖਰੇ ਪਹਿਰਾਵੇ ਹਨ। ਪੁਰਸ਼ਾਂ ਦਾ ਪਹਿਰਾਵਾ, ਇਸ ਰਾਜ ਵਿੱਚ ਲੇਪਚਾ ਆਦਮੀਆਂ ਦੀਆਂ ਰਵਾਇਤੀ ਪੁਸ਼ਾਕਾਂ ਹਨ। ਠਕੋਰੇਡਮ, ਜਿਸ ਵਿੱਚ ਇੱਕ ਚਿੱਟਾ ਪਜਾਮਾ, ਜੈਨਹਟਸੇ, ਇੱਕ ਲੈਪਚਾ ਕਮੀਜ਼ ਅਤੇ ਸ਼ੈਂਬੋਜ਼ ਟੋਪੀਆਂ ਆਦਿ ਸ਼ਾਮਲ ਹਨ। ਮਰਦਾਂ ਦੇ ਪਹਿਰਾਵੇ ਦਾ ਡਿਜ਼ਾਈਨ ਮੋਟਾ ਅਤੇ ਲੰਮਾ ਹੁੰਦਾ ਹੈ, ਜਦੋਂ ਕਿ ਭੂਟੀਆ ਆਦਮੀਆਂ ਦੇ ਰਵਾਇਤੀ ਪਹਿਰਾਵੇ ਵਿੱਚ ਖੋਹ ਵੀ ਸ਼ਾਮਿਲ ਹਨ, ਜਿਸ ਨੂੰ ਬੱਖੂ ਵੀ ਕਿਹਾ ਜਾਂਦਾ ਹੈ। ਇੱਕ ਹੋਰ ਸਮੂਹ ਨੇਪਾਲੀ ਪੁਰਸ਼ ਸਿੱਕਿਮ ਵਿੱਚ ਚੂੜੀਦਾਰ ਪਜਾਮਾ ਇੱਕ ਕਮੀਜ਼ ਹੈ, ਜਿਸ ਵਿੱਚ ਦੌਰਾ ਸ਼ਾਮਲ ਹੁੰਦਾ ਹੈ, ਜੋ ਆਪਣੇ ਆਪ ਨੂੰ ਸੁਰਾਵਲ ਤੋਂ ਉੱਪਰ ਪਹਿਨਦਾ ਹੈ। ਇੱਕ ਅਸੋਕੋਟ ਗੁੱਟ ਤੇ ਕੋਟ ਅਤੇ ਉਹਨਾਂ ਦੇ ਬੈਲਟ ਨਾਲ ਜੁੜਿਆ ਹੁੰਦਾ ਹੈ, ਜਿਸ ਨੂੰ ਪਤੂਕੀ ਵੀ ਕਿਹਾ ਜਾਂਦਾ ਹੈ। ਉੱਥੋਂ ਦੇ ਪੁਰਸ਼ਾਂ ਦਾ ਪਹਿਰਾਵਾ ਹੈ। ਔਰਤਾਂ ਦਾ ਪਹਿਰਾਵਾ, ਲੇਪਚਾ ਔਰਤਾਂ ਦਾ ਪਹਿਰਾਵਾ ਡੂਮਵਮ ਜਾਂ ਡੂਮੀਦਮ ਹੈ। ਲੇਪਚਾ ਔਰਤਾਂ ਗਹਿਣਿਆਂ, ਦਾਖਲੇ, ਝੁਮਕੇ, ਨਕੋ ਚੌਕ, ਲਾਇਕ, ਇੱਕ ਹਾਰ, ਗਿਆਰ, ਇੱਕ ਬ੍ਰੇਸਲੇਟ ਆਦਿ ਪਹਿਨਦੀਆਂ ਹਨ। ਇਹ ਉੱਥੋਂ ਦੀਆਂ ਔਰਤਾਂ ਦੇ ਗਹਿਣੇ ਹਨ। ਭੂਟੀਆ ਔਰਤਾਂ ਦੇ ਸਧਾਰਨ ਪੁਸ਼ਾਕਾਂ ਵਿੱਚ ਖੋਹ ਜਾਂ ਬੱਖੂ, ਹੰਝੂ, ਇੱਕ ਰੇਸ਼ਮੀ ਫੁੱਲ ਸਲੀਵ ਬਲਾਊਜ਼, ਕੁਸ਼ਨ, ਇੱਕ ਜੈਕਟ, ਟੋਪੀਆਂ ਦਾ ਵੱਖਰਾ ਪੈਟਰਨ, ਸ਼ੈਂਬੋ ਅਤੇ ਸ਼ੰਭੂ ਆਦਿ ਸ਼ਾਮਿਲ ਹਨ, ਜਦੋਂ ਕਿ ਸ਼ਾਦੀशुदा ਭੂਟੀਆ ਔਰਤਾਂ ਪੈਨਗਡਨ ਪਹਿਨਦੀਆਂ ਹਨ, ਧਾਰੀਦਾਰ ਧਾਗਾ ਬੰਨ੍ਹਦੀਆਂ ਹਨ। ਭੂਟੀਆ ਔਰਤਾਂ ਦੇ ਗਹਿਣਿਆਂ ਵਿੱਚ ਜੈਂਕੋ, ਵਾਲੀ, ਖਾਓ, ਹਾਰ, ਫਿਰੂ, ਮੋਤੀ ਗਹਿਣਿਆਂ, ਦਿਉ, ਸੋਨੇ ਦੀ ਚੂੜੀ ਅਤੇ ਜੋਕੋ ਰਿੰਗ ਆਦਿ ਹਨ। ਭੂਟੀਆ ਲੋਕ ਜ਼ਿਆਦਾਤਰ ਸੋਨੇ ਦੇ ਰਤਨ ਪਸੰਦ ਕਰਦੇ ਹਨ। ਜੇ ਨੇਪਾਲੀ ਔਰਤਾਂ ਦੀ ਗੱਲ ਕਰੀਏ, ਪਚੌਰੀ ਇੱਕ ਰੰਗੀਨ ਕੱਪੜੇ ਦਾ ਟੁਕੜਾ ਜਿਸ ਦਾ ਸਿਰ ਤੋਂ ਲੈ ਕੇ ਕਮਰ ਤੱਕ ਮੁਅੱਤਲ ਕੀਤਾ ਜਾਂਦਾ, ਉਸਨੂੰ ਬੰਨ੍ਹ ਲਿਆ ਜਾਂਦਾ। ਤਾਂ ਗਹਿਣਿਆਂ ਦੀ ਵਰਤੋਂ ਡਾਂਸ ਦੀ ਪੇਸ਼ਕਾਰੀ ਦੌਰਾਨ ਕੀਤੀ ਜਾਂਦੀ ਹੈ, ਜੋ ਨੇਪਾਲੀ ਔਰਤਾਂ ਆਮ ਤੌਰ 'ਤੇ ਗਹਿਣੇ ਨਹੀਂ ਪਾਉਂਦੀਆਂ। ਹੋਰ ਮਾਰਵਾੜੀ, ਬਿਹਾਰੀ, ਬੰਗਾਲੀ ਜਾਂ ਪੰਜਾਬੀ ਭਾਈਚਾਰੇ ਵਿੱਚ ਸਲਵਾਰ ਕਮੀਜ਼, ਦੁਪੱਟਾ, ਸਾੜੀਆਂ, ਉੱਨ ਦੇ ਕੱਪੜੇ ਅਤੇ ਪੱਛਮੀ ਪਹਿਰਾਵੇ ਜਿਵੇਂ ਜੀਨਸ, ਟੀ-ਸ਼ਰਟ ਆਦਿ ਹੁੰਦੇ ਹਨ। ਸਿੱਕਿਮ ਵਿੱਚ ਸੈਰ ਸਪਾਟਾ, ਹੁਣ ਸਿੱਕਿਮ ਵਿੱਚ ਟੂਰਿਜ਼ਮ। ਹਰਿਆਲੀ, ਸੁੰਦਰ ਪਹਾੜ ਅਤੇ ਜੀਵ ਵਿਭਿੰਨਤਾ ਦੀ ਸਾਹ ਭਰੀ ਸ਼੍ਰੇਣੀ ਵਾਲਾ ਛੋਟਾ ਪਰ ਖੂਬਸੂਰਤ ਸਿੱਕਿਮ ਯਕੀਨੀ ਤੌਰ 'ਤੇ ਸੈਲਾਨੀਆਂ ਲਈ ਫਿਰਦੌਸ ਹੈ। ਇਸ ਜਗ੍ਹਾ 'ਤੇ ਮਾਤਾ ਕੁਦਰਤ ਦੀ ਸ਼ਾਂਤੀ ਅਤੇ ਸ਼ਾਂਤੀ ਬਹਾਲ ਹੋ ਗਈ ਹੈ। ਮਨੁੱਖ ਦੁਆਰਾ ਬਣਾਏ ਮੰਦਰ ਅਤੇ ਅਜਾਇਬ ਘਰ ਅਤੇ ਰਾਸ਼ਟਰੀ ਪਾਰਕ ਵਿਸ਼ਵ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਬਣੇ ਹਨ। ਹਿਮਾਲੀਅਨ ਰੇਂਜ ਦੇ ਵਿਚਕਾਰ ਹੋਣ ਕਰਕੇ ਯਾਤਰੀ ਰਾਜ ਵਿੱਚ ਬਹੁਤ ਸਾਰੀਆਂ ਥਾਵਾਂ ਦਾ ਦੌਰਾ ਕਰ ਸਕਦੇ ਹਨ, ਜਿਸ ਵਿੱਚ ਸਿੰਗਿਕ ਤੋਂ ਕੰਚਨਜੁੰਗ ਵੀ ਸ਼ਾਮਿਲ ਹੈ। ਹਿਮਾਲੀਅਨ ਰੇਂਜਾਂ ਨਾਲ ਢਕੇ ਹੋਣ ਕਾਰਨ ਯਾਤਰੀ ਰਾਜ ਦੇ ਬਹੁਤ ਸਾਰੇ ਸਥਾਨਾਂ ਦਾ ਦੌਰਾ ਕਰ ਸਕਦੇ ਹਨ, ਜਿਸ ਵਿੱਚ ਸਿੰਗਿਕ ਤੋਂ ਕੰਚਨਜੰਗਾ, ਇਸ ਦੇ ਨੇੜਿਓਂ ਚੁਗਥਾਂਗ ਵਿੱਚ ਹੈਰਾਨੀਜਨਕ ਦਰਿਆ 'ਤੇ ਰਾਫਟਿੰਗ ਅਤੇ ਇਤਿਹਾਸਿਕ ਮਹੱਤਤਾ ਦੇ ਨਾਲ ਕਾਂਬੀ ਲੰਗਚੂਕ, ਜਮਥੂਂਗ ਵਿੱਚ ਬਰਫ਼ 'ਤੇ
ਪੇਂਡੂ ਸੁੰਦਰਤਾ ਨੂੰ ਵੇਖਣ ਤੋਂ ਲੈ ਕੇ ਵਾਦੀਆਂ ਦਾ ਤਜਰਬਾ ਵੇਖ ਸਕਦੇ ਹਾਂ। ਸਿੱਕਿਮ ਦੀ ਆਵਾਜਾਈ ਬਾਰੇ। ਸਿੱਕਿਮ ਪਹਾੜੀ ਇਲਾਕਿਆਂ ਦੇ ਬਾਵਜੂਦ ਬਾਕੀ ਦੇਸ਼ ਨਾਲ ਜੁੜਿਆ ਹੋਇਆ ਹੈ। ਸਭ ਤੋਂ ਨੇੜਲਾ ਹਵਾਈ ਅੱਡਾ ਬਾਗਡੋਗਰਾ ਹੈ। ਰਾਜਧਾਨੀ ਤੋਂ ਕੁਝ ਘੰਟਿਆਂ ਦੀ ਦੂਰੀ 'ਤੇ ਕੋਈ ਵੀ ਭਾਰਤੀ ਏਅਰਲਾਈਨਸ, ਡੈਕਨ ਏਅਰ ਸਰਵਿਸ, ਜੈਟ ਏਅਰਵੇਜ਼ ਅਤੇ ਹੋਰ ਜਿਵੇਂ ਕਿ ਕੋਲਕਾਤਾ, ਦਿੱਲੀ ਅਤੇ ਗੁਹਾਟੀ ਰਾਜ ਨੂੰ ਨਾਲ ਜੋੜਦੇ ਹਨ। ਜਿਵੇਂ ਕਿ ਸਿੱਕਿਮ ਇੱਕ ਸੈਲਾਨੀ ਦਾ ਆਨੰਦ ਹੈ, ਸਿੱਕਿਮ ਸੈਰ ਸਪਾਟਾ ਵਿਭਾਗ ਇਸ ਨੂੰ ਤੇਜ਼ੀ ਨਾਲ ਪਹੁੰਚਾਉਣ ਲਈ ਬਾਗਡੋਗਰਾ ਤੋਂ ਗੰਗਟੋਕ ਤੱਕ 5 ਸੀਟਰ ਹੈਲੀਕਾਪਟਰ ਚਲਾਉਂਦਾ ਹੈ। ਇੱਥੋਂ ਦੇ ਰੇਲਵੇ ਸਟੇਸ਼ਨ ਹਨ ਜੋ ਰਾਜ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਦੇ ਹਨ। ਇੱਕ ਸਿਲੀਗੁੜੀ ਵਿੱਚ 114 ਕਿਲੋਮੀਟਰ ਦੀ ਦੂਰੀ 'ਤੇ ਅਤੇ ਦੂਜਾ ਰਾਜਧਾਨੀ ਤੋਂ ਲਗਭਗ 125 ਕਿਲੋਮੀਟਰ ਦੂਰ ਹੈ। ਗੰਗਟੋਕ ਸੜਕ ਰਾਹੀਂ ਪਹੁੰਚਿਆ ਜਾ ਸਕਦਾ ਹੈ। ਇਸੇ ਤਰ੍ਹਾਂ ਵਿਦਿਆਰਥੀਓ, ਅਸੀਂ ਅੱਜ ਸਿੱਕਿਮ ਬਾਰੇ ਪੜ੍ਹਿਆ। ਇਸ ਵਿੱਚੋਂ ਵਿਸ਼ੇ ਲੈ ਕੇ ਤੁਸੀਂ ਆਪਣਾ ਪ੍ਰੋਜੈਕਟ ਬਣਾ ਸਕਦੇ ਹੋ। ਬਹੁਤ ਸਾਰੇ ਵਿਦਿਆਰਥੀਆਂ ਨੂੰ ਪ੍ਰੋਬਲਮ ਆ ਰਹੀ ਸੀ, ਉਹਨਾਂ ਨੂੰ ਇਹ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਇਹ ਮੈਟਰ ਨਹੀਂ ਸੀ ਮਿਲ ਰਿਹਾ, ਇਸੇ ਲਈ ਇਹ ਤੁਹਾਡੇ ਲਈ ਬਣਾਇਆ ਗਿਆ ਹੈ। ਇਸ ਨੂੰ ਚੰਗੀ ਤਰ੍ਹਾਂ ਤੁਸੀਂ ਕਰਨਾ ਹੈ। ਧੰਨਵਾਦ।